रहमान रहीम वेलकम बैक टू अनदर न्यू व्लॉग जी। अज का साडा व्लॉग न्यू वाला स्टार्ट हो गया तो की हाल है देश वालियां दा ते परदेस वालियां दा। ते मैं ना तुहानूं की दसां परदेस तो याद आया कि परदेसियां दी भी की जिंदगी हुंदी। असीं समझने आ कि चंगा पांदे ने पे चंगा खांदे ने पे, इन्हां नूं ते कोई गम टेंशन है ही नहीं बई इन्हां दी जिंदगी ते ऐशो आराम विच मैं ਇਹ ਸਮਝ ਨਹੀਂ ਸਾਂ, मतलब कि ਇਹ ਜਾਣਦੀ ਸਾਂ। लेकिन ਜਦੋਂ ਤੋਂ ਮੈਨੂੰ ਪਤਾ ਲੱਗਿਆ ਕਿ ਪਰਦੇਸ ਵਾਲਿਆਂ ਦੀ ਜ਼ਿੰਦਗੀ ਬੜੀ ਔਖੀ ਹੁੰਦੀ। ਅਕਸਰ ਨਾ ਜਿਹੜਾ ਦੁਖੀ ਵਲੋਗ ਹੁੰਦੇ ਨੇ ਨਾ, ਜਿਹੜੇ ਇੰਝ ਦੇ ਹੁੰਦੇ ਨੇ, ਮਤਲਬ ਕਿ ਭੈਣ ਭਰਾਵਾਂ ਤੋਂ ਦੂਰ, ਮਾਂ ਪਿਓ ਤੋਂ ਦੂਰ। ਅਤੇ ਇੱਕ ਭਾਈ ਦਾ ਮੈਂ ਵਲੋਗ ਦੀ ਵੀਡੀਓ ਵੇਖ ਰਹੀ ਸਾਂ ਅਤੇ ਤੁਸੀਂ ਯਕੀਨ ਕਰੋ ਕਿ ਮੈਂ ਵੀ ਰੋਣ ਲੱਗ ਪਈ ਕਿ ਉਹਦੀ ਅਸਲ ਜ਼ਿੰਦਗੀ ਉਹਨੇ ਦੱਸਿਆ ਕਿ ਜਦੋਂ ਮੈਂ ਕੁਵੈਤ ਗਿਆ ਸੀ ਅਤੇ ਉਹਨੇ ਆਖਿਆ ਜਦੋਂ ਮੈਂ ਕੁਵੈਤ ਗਿਆ ਨਾ ਅਤੇ ਮੇਰੀ ਮਾਂ ਸਾਰੀ ਰਸਤੇ, ਮਤਲਬ ਮੈਂ ਘਰੋਂ ਨਿਕਲਿਆ ਮਾਂ ਪੁੱਛਦੀ ਰਹੀ, ਮਾਂ ਦਰਵਾਜ਼ੇ ਤੱਕ ਖਲੋਤੀ ਰਹੀ। ਫਿਰ ਮੈਂ ਅੱਧੇ ਰਸਤੇ 'ਚ ਪਹੁੰਚਿਆ ਅਤੇ ਮਾਂ ਨੇ ਪੁੱਛਿਆ ਪੁੱਤਰ ਪਹੁੰਚ ਗਏ ਪੁੱਤਰ ਤੂੰ ਠੀਕ ਹੈ? ਮੈਂ ਕਿਹਾ ਆਹੋ। ਫਿਰ ਅੱਧੇ ਮੈਂ ਏਅਰਪੋਰਟ 'ਚ ਵੜਿਆ ਅਤੇ ਫਿਰ ਮਾਂ ਨੇ ਕਾਲ ਕੀਤੀ ਕਿ ਤੂੰ ਠੀਕ ਹੈ? ਮੈਂ ਕਿਹਾ ਆਹੋ। ਫਿਰ ਜਦੋਂ ਅੱਧਾ ਮੈਂ ਕੁਵੈਤ 'ਤੇ ਲੱਥਾ ਨਾ ਅਤੇ ਦਿਲ ਬੜਾ ਹੀ ਬੋਝਲ ਸੀ ਅਤੇ ਮੇਰਾ ਦਿਲ ਉਦਾਸ ਵੀ ਬੜਾ ਸੀ, ਇੰਝ ਨਾ ਕਿ ਪਤਾ ਹੀ ਨਹੀਂ ਸੀ ਕੀ ਹੋ ਰਿਹਾ। ਅਤੇ ਅੱਧਾ ਮੇਰੇ ਅੱਗੇ ਕਜ਼ਨ ਲੈਣ ਆਏ ਸਨ ਅਤੇ ਉਹਨਾਂ ਨੂੰ ਮੈਂ ਨਾ ਆਖਿਆ ਕਿ ਤੁਸੀਂ ਮੈਨੂੰ ਲੈਣ ਆਏ ਹੋ, ਅਤੇ ਉਹਨਾਂ ਦੇ ਨਾ ਬੂਥੇ ਲਟਕੇ ਸਨ, ਮਤਲਬ ਮੂੰਹ ਸ਼ਕਲਾਂ ਉਹਨਾਂ ਦੀਆਂ ਬਣੀਆਂ। ਮੈਂ ਕਿਹਾ ਅੱਲਾ ਜਾਣੇ ਮੇਰੇ ਨਾਲ ਇੰਝ ਹੋਏ ਨੇ। ਮੈਂ ਕਿਹਾ ਤੁਹਾਨੂੰ ਕੀ ਹੋਇਆ? ਆਖਦੇ ਨੇ ਨਹੀਂ ਅਸੀਂ ਤਾਂ ਬੜੇ ਖੁਸ਼ ਹਾਂ ਕਿ ਸਾਡਾ ਵੀਰ ਸਾਡੇ ਕੋਲ ਆ ਗਿਆ। ਪਹਿਲੇ ਦੇ ਵਕਤਾਂ 'ਚ ਕਦਰ ਕਰਦੇ ਸਨ ਲੋਕ ਰਿਸ਼ਤਿਆਂ ਦੀ, ਹੁਣ ਤਾਂ ਕਦਰ ਵੀ ਕੋਈ ਨਹੀਂ ਰਹੀ। ਅਤੇ ਆਖਦੇ ਨੇ ਅਸੀਂ ਫਿਰ ਉਹਨਾਂ ਮੈਨੂੰ ਘਰ ਲੈ ਕੇ ਗਏ ਅਤੇ ਮੈਨੂੰ ਆਖਦੇ ਨੇ ਚਲੋ ਖਾਣਾ ਛਾਣਾ ਖਾਓ। ਅਤੇ ਉਹਨਾਂ ਦਾ ਰਵੱਈਆ ਵੇਖ ਕੇ ਨਾ ਮੈਨੂੰ ਕੁਝ ਲੱਗਿਆ ਕਿ ਕੁਝ ਹੋਇਆ ਨਾ, ਅਤੇ ਮੈਂ ਨਾ ਬੜਾ ਪਰੇਸ਼ਾਨ। ਮੈਂ ਆਖਿਆ ਕਿ ਨਹੀਂ ਮੈਂ ਖਾਣਾ ਨਹੀਂ ਖਾਣਾ, ਮੈਂ ਪਹਿਲੇ ਪਾਕਿਸਤਾਨ ਫ਼ੋਨ ਕਰ ਲਾਂ। ਉਹਨੇ ਆਖਿਆ ਫ਼ੋਨ ਵੀ ਹੋ ਜਾਂਦਾ, ਪਹਿਲੇ ਤੂੰ ਖਾਣਾ ਖਾ ਲੈ। ਉਹਨੇ ਕਿਹਾ ਨਹੀਂ ਮੈਂ ਪਹਿਲੇ ਕਾਲ ਕਰਨੀ। ਉਹਨੇ ਆਖਿਆ ਅਤੇ ਠੀਕ ਹੈ ਕਾਲ ਮੈਂ ਕੀਤੀ। ਯਾਰ ਇੱਕ ਨਿੱਕਾ ਸਾਰਾ ਮੇਰਾ ਘਰ ਹੈ ਨਾ, ਪਿੱਛੇ ਆਵਾਜ਼ਾਂ ਬਾਂ ਟਾਂ ਦੀਆਂ ਮੋਟਰਸਾਈਕਲ ਦੀਆਂ, ਮੈਂ ਕੀ ਕਰਾਂ? ਅਤੇ ਮੇਰੇ ਚੈਨਲ ਨੂੰ ਫਟਾਫਟ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੈਂ ਨਾ ਕਿਧਰੇ ਅੱਛੀ ਜਗ੍ਹਾ ਘਰ ਲੈ ਸਕਾਂ। ਚਲੋ ਜੀ, ਉਹਨੇ ਆਖਿਆ ਮੈਂ ਘਰ ਫ਼ੋਨ ਕੀਤਾ। ਘਰ ਅੱਬਾ ਜੀ ਨੇ ਫ਼ੋਨ ਚੁੱਕਿਆ, ਸਲਾਮ ਦੁਆ ਕੀਤੀ। ਅੱਬਾ ਜੀ ਨੇ ਪੁੱਛਿਆ ਪੁੱਤਰ ਖੈਰੀਅਤ ਨਾਲ ਪਹੁੰਚ ਕੇ? ਮੈਂ ਕਿਹਾ ਆਹੋ। ਅਤੇ ਮੈਂ ਆਖਿਆ ਮੈਂ ਠੀਕ ਹਾਂ, ਤੁਸੀਂ ਠੀਕ ਹੋ? ਉਹਨਾਂ ਨੇ ਕਿਹਾ ਆਹੋ। ਉਹਨੇ ਨੇ ਆਖਿਆ ਕਿ ਉਸ ਮੁੰਡੇ ਨੇ ਆਖਿਆ ਅੱਬਾ ਜੀ ਨੂੰ ਕਿ ਅੱਬਾ ਜੀ ਅੰਮੀ ਕਿੱਥੇ ਨੇ, ਉਹਨਾਂ ਨਾਲ ਗੱਲ ਕਰਾਓ। ਆਖਦੇ ਨੇ ਅੱਛਾ ਤੂੰ ਰੋਟੀ ਸ਼ੋਟੀ ਖਾ, ਮਾਂ ਨਾਲ ਵੀ ਗੱਲ ਹੋ ਜਾਂਦੀ ਹੈ। ਅਤੇ ਫਿਰ ਮੈਂ ਆਖਿਆ ਨਹੀਂ ਮੈਨੂੰ ਪਹਿਲੇ ਗੱਲ ਕਰਾਓ। ਬਥੇਰੀ ਦਫਾ ਆਖਿਆ ਅਤੇ ਫਿਰ ਅੱਬਾ ਜੀ ਨਾ ਰੋ ਪਏ। ਉਹਨਾਂ ਦਾ ਜ਼ਬਤ ਜਿਹੜਾ ਸੀ ਨਾ ਟੁੱਟ ਗਿਆ। ਅਤੇ ਉਹਨਾਂ ਨੇ ਆਖਿਆ ਕਿ ਪੁੱਤਰ ਤੇਰੇ ਨਿਕਲਣ ਤੋਂ ਬਾਅਦ ਜਦੋਂ ਤੇਰਾ ਜਹਾਜ਼ ਉੱਡਿਆ ਅਤੇ ਤੇਰੀ ਮਾਂ ਨੂੰ ਹਾਰਟ ਅਟੈਕ ਹੋਇਆ ਅਤੇ ਉਹ ਦੁਨੀਆ ਤੋਂ ਚਲੀ ਗਈ। ਮਾਵਾਂ ਦਾ ਸੁਣ ਕੇ ਨਾ ਦਿਲ ਭਰ ਜਾਂਦਾ, ਅਤੇ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੈ ਉਹ ਇਹ ਸਮਝ ਸਕਦੇ ਨੇ। ਮਾਂ ਬੰਦਾ ਬੁੱਢਾ ਵੀ ਹੋ ਜਾਏ ਨਾ, ਉਹ ਭਾਈ ਉਦੋਂ ਕਾਫੀ ਏਜ ਦਾ ਹੋ ਗਿਆ ਸੀ, ਮਤਲਬ ਕਿ ਹੁਣ ਉਹਦੀ 55 ਜਾਂ 58 ਸਾਲ ਉਮਰ ਹੋਣੀ। ਅਤੇ ਨਾ ਉਹ ਮੈਂ ਵੇਖਿਆ ਕਿ ਰੋ ਰਿਹਾ ਸੀ ਅੱਜ ਵੀ ਆਪਣੀ ਮਾਂ ਨੂੰ ਯਾਦ ਕਰਕੇ। ਅਤੇ ਪਰਦੇਸ ਕੱਟਣਾ ਬੜਾ ਹੀ ਔਖਾ ਹੈ, ਕੀ ਧੀਆਂ ਵਾਸਤੇ ਅਤੇ ਕੀ ਪੁੱਤਰਾਂ ਵਾਸਤੇ। ਧੀਆਂ ਵਾਸਤੇ ਇਸ ਵਾਸਤੇ ਔਖਾ ਹੈ ਕਿ ਅਗਲਾ ਘਰ ਔਖਾ ਹੁੰਦਾ ਹੈ, ਲੋਕ ਤਾਨੇ ਦਿੰਦੇ ਨੇ, ਕੰਮ ਕਰਾਉਂਦੇ ਨੇ, ਗੱਲਾਂ ਕਰਦੇ ਨੇ। ਮਾਂ ਦੀ ਕਮੀ ਚਾਹੇ ਬੰਦਾ ਜਵਾਨ ਜਦੋਂ ਹੁੰਦਾ ਨਾ ਉਦੋਂ ਇੰਨੀ ਪਰਵਾਹ ਨਹੀਂ ਹੁੰਦੀ, ਪਰਵਾਹ ਕਰਨ ਵਾਲਿਆਂ ਨੂੰ ਹੁੰਦੀ ਵੀ ਹੈ ਅਤੇ ਕੁਛ ਨੂੰ ਤਾਂ ਬਿਲਕੁਲ ਨਹੀਂ ਹੁੰਦੀ। ਅਤੇ ਜਦੋਂ ਬੰਦਾ ਬੁਢਾਪੇ 'ਚ ਪੈਂਦਾ ਨਾ ਅਤੇ ਫਿਰ ਉਹ ਆਖਦਾ ਕਿ ਕਦੀ ਮੇਰੀ ਮਾਂ ਹੁੰਦੀ ਅਤੇ ਮੈਂ ਉਹਦੇ ਨਾਲ ਗੱਲਾਂ ਕਰਦਾ, ਉਹਦੀ ਗੋਦ ਸਿਰ ਰੱਖ ਕੇ ਕਰਦਾ। ਉਹੀ ਗੱਲ ਕਿ ਪਲਵਿਸ਼ਾ ਜੀ ਵੀ ਕਦੀ ਮਾਂ ਵਾਸਤੇ ਬੜਾ ਹੀ ਰੋਂਦੇ ਨੇ, ਬੜਾ ਹੀ ਉਹਨਾਂ ਦਾ ਦਿਲ ਭਰ ਜਾਂਦਾ। ਅਤੇ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੁੰਦੀਆਂ, ਹੁਣ ਸਾਡਾ ਤਾਂ ਨਾ ਮਾਂ ਰਹੀ ਅਤੇ ਨਾ ਪਿਓ ਰਿਹਾ, ਪੇਕਾ ਹੀ ਮੁੱਕ ਗਿਆ। ਅਤੇ ਭਰਾ ਚੰਗੇ ਹੋਣ ਅਤੇ ਪੁੱਛਦੇ ਵੀ ਨੇ ਅੱਲਾ ਮੇਰੇ ਭਾਈ ਨੂੰ ਜ਼ਿੰਦਗੀ ਦੇ, ਲੇਕਿਨ ਚਲੋ ਹੈ ਤੇ ਹੈ ਨੇ ਨਾ ਦੁਨੀਆ 'ਤੇ, ਅਤੇ ਅੱਲਾ ਤਾਲਾ ਰਹਿੰਦੀ ਦੁਨੀਆ ਤੱਕ ਸਲਾਮਤ ਰੱਖੇ। ਤੇ ਜੀ ਇਹ ਬੇਰੀ ਦੇ ਪੱਤੇ ਮੈਂ ਤੋੜ ਰਹੀ ਸਾਂ ਅਤੇ ਇਹ ਜਿਹੜੇ ਬੇਰੀ ਦੇ ਪੱਤੇ ਨੇ ਨਾ ਬੜਾ ਜਾਦੂਈ ਕੰਮ ਕਰਦੇ ਨੇ। ਘਰ 'ਚ ਲੜਾਈਆਂ ਝਗੜੇ ਫਸਾਦ ਜਿਹੜੇ ਹੁੰਦੇ ਨੇ ਨਾ, ਕਈ ਦਫਾ ਲੜਾਈਆਂ ਝਗੜੇ ਹੋ ਰਹੇ ਹੁੰਦੇ ਨੇ, ਮਤਲਬ ਕਿ ਗੁੱਸਾ ਚੜ੍ਹ ਜਾਂਦਾ, ਬੱਚਿਆਂ ਨੂੰ ਵੀ ਗੁੱਸੇ ਹੋਈਦਾ ਅਤੇ ਸਮਝ ਨਹੀਂ ਆਉਂਦੀ। ਨਮਾਜ਼ ਵੀ ਪੜ੍ਹੀ ਦੀ, ਸਾਰਾ ਕੁਛ ਕਰੀਦਾ, ਬਸ
ਉਹ ਫਿਰ ਬੰਦਾ ਜਿਹੜਾ ਨਾ ਮਤਲਬ ਕਿ ਦਿਮਾਗ ਵਿੱਚੋਂ ਜਿਹੜਾ ਜਿਹਦੇ ਦਿਮਾਗ ਵਿੱਚ ਟੈਨਸ਼ਨਾਂ ਹੁੰਦੀਆਂ ਨੇ, ਪਰੇਸ਼ਾਨੀਆਂ ਹੁੰਦੀਆਂ ਨੇ ਅਤੇ ਸੋਚਾਂ ਹੁੰਦੀਆਂ ਨੇ, ਅਤੇ ਫਿਰ ਉਹ ਨਾ ਥੱਕ ਜਾਂਦਾ, ਫਿਰ ਟੁੱਟ ਜਾਂਦਾ, ਫਿਰ ਉਹਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ। ਅਤੇ ਬੇਰੀ ਦੇ ਪੱਤੇ ਜੀ ਪਾਣੀ 'ਚ ਬੋਆਇਲ ਕਰਕੇ ਨਾ ਤੁਸੀਂ ਆਪਣੇ ਚਾਰੋਂ ਘਰ ਦੇ ਚਾਰੋਂ ਕੋਨਿਆਂ ਛਿੜਕਣੇ ਕਰਨੇ ਨੇ, ਅਤੇ ਇਹਦੇ ਨਾਲ ਬੜਾ ਫਾਇਦਾ ਹੋਏਗਾ। ਅਤੇ ਮੇਰੇ ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਦੁਆਵਾਂ 'ਚ ਯਾਦ ਰੱਖਣਾ ਅਤੇ ਸਪੋਰਟ ਕਰ ਦਿਆ ਕਰੋ ਕਦੀ ਕਦੀ ਛੋਟੇ ਯੂਟਿਊਬਰਾਂ ਨੂੰ ਵੀ। ਅੱਲਾ ਹਾਫਿਜ਼।